ਪਿਛਲੀਆਂ ਕਲਾਸਿਸ ਦੇ ਵਿੱਚ ਆਪਾਂ ਡਿਸਕਸ ਆਲਰੇਡੀ ਕਰ ਹੀ ਚੁੱਕੇ ਹਾਂ। ਗਮੇਟੋਜੈਨਸਿਸ ਦੇ ਵਿੱਚ ਦੋ ਤਰ੍ਹਾਂ ਦੀਆਂ ਪ੍ਰੋਸੈਸਿਸ ਹੋਣਗੀਆਂ, ਇੱਕ ਜੋ ਮੇਲ ਦੇ ਅੰਦਰ ਚੱਲਦੀ ਹੈ ਸਪਰਮੈਟੋਜੈਨਸਿਸ, ਔਰ ਦੂਸਰੀ ਆਪਣੇ ਕੋਲ ਓਜੈਨਸਿਸ। ਸਪਰਮੈਟੋਜੈਨਸਿਸ ਆਪਾਂ ਡਿਸਕਸ ਕਰ ਲਈ ਹੈ, ਅੱਜ ਆਪਾਂ ਕਰਦੇ ਹਾਂ ਡਿਸਕਸ ਓਜੈਨਸਿਸ। ਓਜੈਨਸਿਸ ਹੁੰਦੀ ਕਿਹਦੇ ਵਿੱਚ ਹੈ? ਫੀਮੇਲ ਵਿੱਚ ਹੋਏਗੀ। ਔਰ ਸਟਾਰਟ ਕਦੋਂ ਹੋ ਜਾਂਦੀ ਹੈ? 25th ਵੀਕ ਜੋ ਹੋਏਗਾ ਇੰਟਰਾ ਯੂਟਰਾਈਨ ਲਾਈਫ। ਇੰਟਰਾ ਯੂਟਰਾਈਨ ਲਾਈਫ ਜਦੋਂ ਹੋਏਗੀ ਐਮਬ੍ਰੀਓ ਦੀ, ਉਦੋਂ ਇਹ ਪ੍ਰੋਸੈਸ ਜਿਹੜੀ ਹੈ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ। ਸ਼ੁਰੂ ਵਿੱਚ ਸੈੱਲ ਹੁੰਦੇ ਆ ਪ੍ਰਾਈਮੋਰਡੀਅਲ ਜਰਮ ਸੈੱਲ, ਜਾਂ ਆਪਾਂ ਓਵਮ ਮਦਰ ਸੈੱਲ ਕਹਿ ਦਿੰਦੇ ਹਾਂ, ਪ੍ਰਾਈਮੋਰਡੀਅਲ ਜਰਮ ਸੈੱਲ। ਔਰ ਇੱਕ ਹੋਰ ਇਹਦਾ ਨਾਮ ਹੈ ਓਵਮ ਮਦਰ ਸੈੱਲ। ਓਵਮ ਮਦਰ ਸੈੱਲ। ਇਹਨਾਂ ਦੇ ਵਿੱਚ ਕੀ ਹੋਏਗੀ? ਪ੍ਰਾਈਮੋਰਡੀਅਲ ਜਰਮ ਸੈੱਲ ਜਾਂ ਫਿਰ ਓਵਮ ਮਦਰ ਸੈੱਲ, ਇਹਨਾਂ ਦੇ ਵਿੱਚ ਹੋ ਗਈ ਮਾਈਟੋਸਿਸ। ਕੀ ਹੋਏਗੀ? ਮਾਈਟੋਸਿਸ। ਮਾਈਟੋਸਿਸ ਹੋਣ ਤੋਂ ਬਾਅਦ ਇਹ ਕੀ ਹੋਣਗੇ? ਮਾਈਟੋਸਿਸ ਹੋਣ ਤੋਂ ਬਾਅਦ ਵਿੱਚ ਇਹ ਬਣਾਉਂਦੇ ਆ ਪ੍ਰਾਇਮਰੀ ਓਸਾਈਟ। ਕੀ ਬਣਾਉਣਗੇ? ਪ੍ਰਾਇਮਰੀ ਓਸਾਈਟ। ਪ੍ਰਾਇਮੋਰਡੀਅਲ ਜਰਮ ਸੈੱਲ ਜਾਂ ਓਵਮ ਮਦਰ ਸੈੱਲ ਹੈਗੇ, ਇਹਦੇ ਮਿਟੋਸਿਸ ਹੋਣਗੇ। ਮਿਟੋਸਿਸ ਦੇ ਥਰੂ ਕੀ ਹੋਣਗੇ? ਆਪਣੇ ਨੰਬਰ ਆਫ ਸੈੱਲ ਕੀ ਕਰ ਲੈਣਗੇ? ਨੰਬਰ ਆਫ ਸੈੱਲਸ ਜਿਹੜੇ ਪ੍ਰਾਇਮੋਰਡੀਅਲ ਜਰਮ ਸੈੱਲ ਜਾਂ ਓਵਮ ਮਦਰ ਸੈੱਲ ਇਹ ਕੀ ਹੋ ਜਾਣਗੇ? ਇੰਕਰੀਜ਼ ਹੋ ਜਾਣਗੇ। ਇੰਕਰੀਜ਼ ਹੋਣ ਤੋਂ ਬਾਅਦ ਇਹ ਹੋ ਗਿਆ ਇਹਨਾਂ ਦਾ ਮਲਟੀਪਲੀਕੇਸ਼ਨ। ਮਲਟੀਪਲ 'ਚ ਹੋ ਗਿਆ, ਉਸ ਤੋਂ ਬਾਅਦ ਇਹਨਾਂ ਦਾ ਆਉਂਦਾ ਗਰੋਇੰਗ ਫੇਸ। ਗਰੋਇੰਗ ਕਰਨਗੇ, ਪਹਿਲਾਂ ਮਲਟੀਪਲ ਹੋ ਗਿਆ ਮਿਟੋਸਿਸ ਦੇ ਥਰੂ, ਉਸ ਤੋਂ ਬਾਅਦ ਇਹ ਕਰਦੇ ਗਰੋ। ਜਦੋਂ ਗਰੋ ਫੇਸ ਤੋਂ ਬਾਅਦ ਵਿੱਚ ਇਹ ਕਿਹਦੇ 'ਚ ਚੇਂਜ ਹੋ ਜਾਣਗੇ? ਇਹ ਚੇਂਜ ਹੋ ਜਾਣਗੇ ਪ੍ਰਾਇਮਰੀ ਓਸਾਈਟ ਜਾਂ ਫਿਰ ਓਗੋਨੀਆ ਕਹਿ ਦਿੰਦੇ ਹਾਂ। ਓਗੋਨੀਆ, ਓਕੇ। ਫੀਮੇਲ ਮਦਰ ਸੈੱਲ ਜਾਂ ਫਿਰ ਓਗੋਨੀਆ। ਗਰੋ ਕਰਨ ਤੋਂ ਬਾਅਦ ਓਗੋਨੀਆ ਤੱਕ ਆ ਗਿਆ। ਦੈਨ ਇਸ ਦੇ ਵਿੱਚ ਕੁਝ ਸਟੇਜਸ ਹੁੰਦੀਆਂ। ਇਹ ਸਾਰੀ ਪ੍ਰੋਸੈਸ ਕਿੱਥੋਂ ਤੱਕ? ਪ੍ਰਾਇਮਰੀ ਓਸਾਈਟ ਬਰਥ ਤੱਕ ਹੈ। ਜਦੋਂ ਬਰਥ ਹੋ ਜਾਂਦਾ ਨਾ, ਉਦੋਂ ਕੀ ਹੈ? ਇਹ ਅਰੈਸਟ ਹੋ ਜਾਂਦੀ ਹੈ। ਉਸ ਤੋਂ ਬਾਅਦ ਕੋਈ ਵੀ ਨਵਾਂ ਹੋਰ ਸੈੱਲ ਨਹੀਂ ਬਣਦਾ ਗਾ। ਔਰ ਫਰਦਰ ਜੋ ਵੀ ਪ੍ਰੋਸੈਸ ਹੋਣੀ ਹੈ ਐਗ ਦੀ ਫੋਰਮੇਸ਼ਨ ਵਾਸਤੇ ਕੋਈ ਵੀ ਨਹੀਂ ਹੋਏਗੀ। ਓਗੋਨੀਆ, ਔਰ ਓਗੋਨੀਆ ਤੋਂ ਅੱਗੇ ਕੀ ਬਣ ਗਿਆ ਆਪਣੇ ਕੋਲ? ਪ੍ਰਾਇਮਰੀ ਓਸਾਈਟ। ਪ੍ਰਾਇਮਰੀ ਓਸਾਈਟ ਤੋਂ ਬਾਅਦ ਵਿੱਚ ਫਰਦਰ ਕੋਈ ਵੀ ਅੱਗੇ ਵਾਲੀ ਪ੍ਰੋਸੈਸ ਨਹੀਂ ਹੋਏਗੀ। ਇਹ ਕਿੱਥੇ ਆ ਜਾਂਦੀ ਹੈ? ਪ੍ਰੋਫੇਸ 1। ਪ੍ਰੋਫੇਸ 1 ਦੇ ਕਿਹੜੇ ਵਾਲੀ? ਡਿਪਲੋਟਿਨ ਇੱਕ ਸਟੇਜ ਹੁੰਦੀ ਹੈ, ਡਿਪਲੋਟਿਨ ਸਟੇਜ ਪ੍ਰੋਫੇਸ 1 ਦੀ। ਉੱਥੇ ਆ ਕੇ ਇਹ ਕੀ ਹੋ ਜਾਏਗੀ? ਅਰੈਸਟ ਹੋ ਜਾਏਗੀ। ਉਸ ਤੋਂ ਅੱਗੇ ਫਰਦਰ ਪ੍ਰੋਸੈਸ ਨਹੀਂ ਹੋਏਗੀ। ਬਾਕੀ ਦੀ ਪ੍ਰੋਸੈਸ ਕਦੋਂ ਚੱਲੇਗੀ? ਜਦੋਂ ਫੀਮੇਲ ਕਦੋਂ ਹੋ ਜਾਏਗੀ? ਪੁਬਰਟੀ 'ਤੇ ਆਏਗੀ। ਪੁਬਰਟੀ 'ਤੇ ਆਏਗੀ ਤਾਂ ਫਿਰ ਇਹਦੇ ਵਿੱਚ ਅੱਗੇ ਵਾਲੀ ਫਰਦਰ ਪ੍ਰੋਸੈਸ ਪ੍ਰੋਸੀਡ ਹੋਏਗੀ। ਇੱਕ ਵਾਰ ਰਿਪੀਟ ਕਰਦੇ ਹਾਂ। ਪ੍ਰਾਇਮੋਰਡੀਅਲ ਜਰਮ ਸੈੱਲ ਜਾਂ ਓਵਮ ਮਦਰ ਸੈੱਲ ਹੈਗੇ, ਇਹਦੇ 'ਚ ਹੋਏਗੀ ਮਾਈਟੋਸਿਸ। ਮਾਈਟੋਸਿਸ ਹੋਣ ਤੋਂ ਬਾਅਦ ਵਿੱਚ ਇਹ ਨੰਬਰ ਆਫ ਸੈੱਲ ਜਿਹੜੇ ਹੈਗੇ ਆ ਇਹਦੇ ਬਣ ਜਾਣਗੇ, ਮਲਟੀਪਲ 'ਚ ਹੋ ਜਾਣਗੇ ਕਾਫੀ ਜ਼ਿਆਦਾ। ਔਰ ਉਸ ਤੋਂ ਬਾਅਦ ਉਹ ਗਰੋ ਕਰਨਗੇ। ਗਰੋ ਕਰਨ ਤੋਂ ਬਾਅਦ ਓਗੋਨੀਆ ਬਣੇਗਾ। ਓਗੋਨੀਆ ਤੋਂ ਅੱਗੇ ਕੀ ਬਣੇਗਾ ਆਪਣੇ ਕੋਲ? ਪ੍ਰਾਇਮਰੀ ਓਸਾਈਟ। ਹੁਣ ਪ੍ਰਾਇਮਰੀ ਓਸਾਈਟ ਜੋ ਹੋਏਗਾ, ਇਸ ਤੋਂ ਅੱਗੇ ਫਰਦਰ ਕੋਈ ਵੀ ਡਿਵੈਲਪਮੈਂਟ ਨਹੀਂ ਹੋਏਗੀ। ਔਰ ਇਹ ਫੀਟਸ ਦੇ ਵਿੱਚ ਇਹ ਸਾਰੀ ਚੀਜ਼ ਹੋਗੀ। ਲੇਕਿਨ ਜਦੋਂ ਬਰਥ ਹੋ ਜਾਏਗਾ, ਬਰਥ ਤੋਂ ਬਾਅਦ ਵਿੱਚ ਇਹ ਕੀ ਆ? ਅਰੈਸਟ ਹੋ ਜਾਏਗੀ। ਕਿਹੜੇ ਫੇਸ ਦੇ ਵਿੱਚ? ਅਰੈਸਟ ਐਟ ਪ੍ਰੋਫੇਸ 1। ਔਰ ਜਦੋਂ ਬੇਬੀ ਦਾ ਬਰਥ ਹੋਏਗਾ, ਬਰਥ ਹੋਣ ਤੋਂ ਬਾਅਦ ਇਹ ਡਿਪਲੋਟਿਨ ਸਟੇਜ ਦੇ ਵਿੱਚ ਕੀ ਹੈ? ਅਰੈਸਟ ਹੈ। ਬਾਕੀ ਦੀ ਡਿਵੈਲਪਮੈਂਟ ਹੁੰਦੀ ਰਹੇਗੀ। ਲੇਕਿਨ ਜੋ ਮਿਓਸਿਸ ਦੀ ਆਪਾਂ ਗੱਲ ਕਰਦੇ, ਕਿਉਂਕਿ ਆਪਾਂ ਨੂੰ ਪਤਾ
ਕਿ ਜਦੋਂ ਵੀ ਐਗ ਜਾਂ ਸਪਰਮ ਬਣਦੇ ਆ ਤਾਂ ਉਹਦੇ ਵਿੱਚ ਕਿਹੜੀ ਵਾਲੀ ਸਟੇਜ ਹੁੰਦੀ ਹੈ, ਮਿਓਸਿਸ। ਇਹ ਮਿਓਸਿਸ ਵਾਲੀ ਸਟੇਜ ਤਾਂ ਡਿਪਲੋਟੀਨ ਦੇ ਵਿੱਚ ਰੈਸਟ ਹੋ ਗਈ, ਲੇਕਿਨ ਉਸ ਦੇ ਨਾਲ ਕੁਛ ਹੋਰ ਚੀਜ਼ਾਂ ਹੈਗੀਆਂ, ਫੋਲੀਕਲਸ ਹੁੰਦੇ ਆ ਓਵਰੀ ਦੇ ਅੰਦਰ, ਉਹ ਕੁਛ ਮੋਡੀਫਿਕੇਸ਼ਨ ਹੁੰਦੀਆਂ, ਲੇਕਿਨ ਮਿਓਸਿਸ ਵਾਲੀ ਜਿਹੜੀ ਸਟੇਜ ਹੈਗੀ ਆ ਉੱਥੇ ਹੀ ਰੈਸਟ ਹੋ ਜਾਂਦੀ ਹੈ। ਪ੍ਰਾਇਮਰੀ oocyte ਦੇ ਜੋ ਆਪਾਂ ਗੱਲ ਕੀਤੀ ਆ ਉਹ ਅਰੈਸਟ ਹੋ ਜਾਂਦੀ ਪ੍ਰੋਫੇਸ 1 ਕਿਹੜੀ ਵਾਲੀ ਸਟੇਜ ਦੇ ਵਿੱਚ, ਡਿਪਲੋਟੀਨ ਦੇ ਵਿੱਚ। ਲੇਕਿਨ ਇਸ ਦੇ ਨਾਲ ਜੋ ਆਪਾਂ ਕਹਿ ਦਿੱਤਾ ਬਰਥ ਤੋਂ ਬਾਅਦ ਵਿੱਚ ਪੁਬਰਟੀ ਤੱਕ ਆਉਂਦੇ ਲਗਭਗ 13 ਸਾਲ ਜਾਂ 14 ਸਾਲ ਦੀ ਜੋ ਏਜ ਹੋਏਗੀ ਉਹਦੇ ਵਿੱਚ ਕੁਛ ਚੇਂਜਸ ਹੁੰਦੀਆਂ ਜੋ ਪ੍ਰਾਇਮਰੀ oocyte ਦੀਆਂ, ਉਹ ਆਪਾਂ ਡਿਸਕਸ ਕਰਦੇ ਹਾਂ 1 ਬਾਏ 1। ਜਦੋਂ ਪ੍ਰਾਇਮਰੀ oocyte ਹੈਗੇ ਆ, ਪ੍ਰਾਇਮਰੀ oocyte ਕਦੋਂ ਹੈਗਾ, ਜਦੋਂ ਬੇਬੀ ਦਾ ਬਰਥ ਹੋ ਗਿਆ, ਉਸ ਤੋਂ ਬਾਅਦ ਕੀ ਹੈ, ਅਰੈਸਟ ਹੋ ਗਿਆ। ਹੁਣ ਪ੍ਰਾਇਮਰੀ oocyte ਦੇ ਉੱਪਰ ਕੁਛ ਮੋਡੀਫਿਕੇਸ਼ਨਸ ਹੁੰਦੀਆਂ। ਓਵਰੀ ਆ, ਓਵਰੀ ਦੇ ਦੇਖੋ ਓਵਰੀ ਦਾ ਓਰੀਜਨ ਹੈਗਾ ਆਪਣੇ ਕੋਲ ਓਵਰੀ, ਇਹਦੇ ਇੱਕ ਤਾਂ ਹੋ ਗਏ ਜਰਮੀਨਲ ਐਪੀਥੈਲੀਅਮ, ਔਰ ਇਨਰ ਵਾਲਾ ਜਿਹੜਾ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ, ਸਟ੍ਰੋਮਾ ਕਹਿ ਦਿੰਦੇ ਹਾਂ। ਆਹ ਉੱਪਰ ਵਾਲੀ ਹੈਗੀ ਜਰਮੀਨਲ ਐਪੀਥੈਲੀਅਮ, ਉੱਪਰ ਵਾਲੀ ਲੇਅਰ, ਔਰ ਵਿੱਚ ਜਿਹੜਾ ਪਿਆ ਆਹ ਸਾਰਾ ਸਟ੍ਰੋਮਾ। ਸਟ੍ਰੋਮਾ ਦੇ ਵਿੱਚ ਦੋ ਪਾਰਟ ਹੋਣਗੇ, ਇੱਕ ਕੋਰਟੈਕਸ ਹੋਏਗਾ, ਕੋਰਟੈਕਸ ਕਿਹੜੇ ਵਾਲਾ ਹੋਏਗਾ, ਐਕਸਟਰਨਲ, ਔਰ ਅੰਦਰ ਵਾਲਾ ਕਿਹੜਾ ਹੁੰਦਾ, ਮੈਡਿਊਲਾ ਰੀਜਨ। ਜੋ ਕੋਰਟੈਕਸ ਦੇ ਵਿੱਚ ਹੈ, ਕੋਰਟੈਕਸ ਦੇ ਵਿੱਚ ਕੀ ਪਏ ਹੁੰਦੇ, ਓਵਰੀਅਨ ਫੋਲੀਕਲ ਹੁੰਦੇ ਆ। ਕਿਹੜੇ ਵਾਲੇ ਹੋਣਗੇ, ਓਵਰੀਅਨ ਫੋਲੀਕਲ। ਇਹ ਓਵਰੀਅਨ ਫੋਲੀਕਲ ਜਿਹੜੇ ਹੁੰਦੇ ਆ ਇਹ ਬਰਥ ਤੱਕ ਕਿੰਨੇ ਹੁੰਦੇ ਆ, ਜਦੋਂ ਬੇਬੀ ਦਾ ਬਰਥ ਹੋਏਗਾ ਲਗਭਗ 4 ਲੱਖ ਦੇ ਕਰੀਬ ਇਹ ਹੁੰਦੇ ਆ। ਲੇਕਿਨ ਪੁਬਰਟੀ ਆਉਂਦੇ ਤੱਕ ਇਹ ਰਹਿ ਜਾਂਦੇ 60,000 ਤੋਂ 80K ਤੱਕ, ਬਾਕੀ ਸਾਰੇ ਦੇ ਸਾਰੇ ਡੀਜਨਰੇਟ ਹੋ ਜਾਂਦੇ ਹੈਗੇ। ਇਹ ਕਿਹੜੇ ਵਾਲੇ ਹੈਗੇ, ਓਵਰੀਅਨ ਫੋਲੀਕਲ। ਔਰ ਬਰਥ ਤੋਂ ਪਹਿਲਾਂ ਜਿੰਨੇ ਬਣ ਗਏ ਜਸਟ ਉਨੇ ਹੀ ਇਹਦੇ ਨੰਬਰ ਰਹਿੰਦੇ, ਇਸ ਤੋਂ ਬਾਅਦ ਇੰਕਰੀਜ਼ ਨਹੀਂ ਹੁੰਦੇ ਫੋਲੀਕਲਸ। ਹੁਣ ਫੋਲੀਕਲ ਕੁਛ ਜੋ ਆਪਾਂ ਪ੍ਰਾਇਮਰੀ oocyte ਕੀਤਾ ਉਹਦੇ ਅਰਾਊਂਡ ਕੁਛ ਲੇਅਰਸ ਆਪਣੀਆਂ ਬਣਾਉਣਗੇ, ਉਹ ਲੇਅਰ ਦੀ ਆਪਾਂ ਗੱਲ ਕਰਦੇ ਹਾਂ, ਜਿਸ ਨੂੰ ਆਪਾਂ ਜਿੱਥੋਂ ਆਪਣੇ ਕੋਲ ਪ੍ਰਾਇਮਰੀ ਆਪਣੇ ਕੋਲ ਬਣੇਗਾ। ਪਹਿਲੀ ਲੇਅਰ ਜਿਹੜੀ ਹੈਗੀ ਪ੍ਰਾਇਮਰੀ oocyte ਦੇ ਉੱਪਰ ਆਏਗੀ ਗ੍ਰੈਨੂਲੋਜ਼ਾ, ਦੈਨ ਫਿਰ ਥੀਕਾ ਲੇਅਰ ਆਏਗੀ, ਫਿਰ ਉਹਦੇ ਅੰਦਰ ਇੱਕ ਹੋਰ ਐਂਟਰਮ ਕੈਵਿਟੀ ਹੋਏਗੀ। ਇਹ ਤਿੰਨੋਂ ਚੀਜ਼ਾਂ ਆਉਣਗੀਆਂ ਤਾਂ ਫਿਰ ਉਸ ਅਕੋਰਡਿੰਗ ਆਪਾਂ ਉਸ ਨੂੰ ਪ੍ਰਾਇਮਰੀ ਫੋਲੀਕਲ ਕਹਿ ਦਿਆਂਗੇ, ਸੈਕੰਡਰੀ ਫੋਲੀਕਲ, ਟਰਸ਼ਰੀ, ਐਂਡ ਦੈਨ ਫਿਰ ਆਪਾਂ ਗ੍ਰਾਫੀਅਨ ਜਾਂ ਮੈਚਿਓਰ ਫੋਲੀਕਲ ਕਹਿ ਦਿਆਂਗੇ। ਆਫਟਰ ਉਸ ਤੋਂ ਬਾਅਦ ਆਪਣੇ ਕੋਲ ਓਵੂਲੇਸ਼ਨ ਹੋਏਗੀ। ਲੇਕਿਨ ਇਹ ਕਿੱਦਾਂ ਹੋਏਗੀ ਇਹ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਜੋ ਓਵਰੀਅਨ ਫੋਲੀਕਲ ਆਪਣੇ ਕੋਲ, ਜੋ ਆਪਣੇ ਕੋਲ ਪ੍ਰਾਇਮਰੀ oocyte ਹੈ, ਪ੍ਰਾਇਮਰੀ oocyte ਤੋਂ ਉੱਪਰ ਜੋ ਓਵਰੀਅਨ ਫੋਲੀਕਲ ਸੀਗੇ, ਓਵਰੀਅਨ ਫੋਲੀਕਲਸ ਜਿਹੜੇ ਓਵਰੀ ਦੇ ਵਿੱਚ ਪ੍ਰੈਜ਼ੈਂਟ ਹੈਗੇ ਆ ਫੋਲੀਕਲ, ਜੋ ਸਟ੍ਰੋਮਾ ਦੇ ਕੋਰਟੈਕਸ ਰੀਜਨ ਦੇ ਵਿੱਚ ਪਏ, ਉਹ ਫੋਲੀਕਲ ਕੀ ਕਰਨਗੇ, ਸਰਾਊਂਡ ਕਰ ਲੈਣਗੇ। ਫੋਲੀਕਲ ਕੀ ਕਰਨਗੇ, ਇਹ ਸਰਾਊਂਡ ਕਰ ਲੈਣਗੇ ਪ੍ਰਾਇਮਰੀ oocyte। ਜਦੋਂ ਫੋਲੀਕਲ ਸਰਾਊਂਡ ਕਰਨਗੇ, ਕਿਹਨੂੰ ਕਰਨਗੇ, ਪ੍ਰਾਇਮਰੀ oocyte ਨੂੰ।
ਜਦੋਂ ਇਹਨਾਂ ਨੇ ਪ੍ਰਾਇਮਰੀ ਉਸ ਸਾਈਡ ਨੂੰ ਕੀ ਕਰ ਲਿਆ, ਸਰਾਊਂਡ ਕਰ ਲਿਆ। ਤੇ ਜੋ ਫੋਲੀਕਲ ਹੈਗੇ ਆ ਪਹਿਲਾਂ ਕਿਹੜੇ ਫਾਰਮ ਦੇ ਵਿੱਚ ਹੁੰਦੇ ਆ, ਇਸ ਤਰ੍ਹਾਂ ਹੋਣਗੇ। ਆਪਣੇ ਕੋਲ ਕਿਹੜੇ ਵਾਲਾ ਪਿਆ, ਪ੍ਰਾਇਮਰੀ ਓਸਾਈਟ, ਇਹਦੇ ਅਰਾਊਂਡ ਕੀ ਆਪਣੇ ਕੋਲ ਆ ਗਿਆ ਇਹ ਪਹਿਲਾਂ ਫਲੈਟਡ ਫਾਰਮ ਦੇ ਵਿੱਚ ਪਏ ਹੋਏ ਆਪਣੇ ਕੋਲ। ਜੋ ਫੋਲੀਕਲ ਹੋਣਗੇ ਕਿਹੜੀ ਫਾਰਮ ਦੇ ਵਿੱਚ ਹੈਗੇ, ਫਲੈਟਡ ਪਏ ਹੋਏ ਆ। ਜੋ ਇਸ ਚੀਜ਼ ਨੂੰ ਆਪਾਂ ਕਹਿ ਦਿੰਦੇ ਆ, ਜਦੋਂ ਇਹ ਪ੍ਰਾਇਮਰੀ ਫੋਲੀਕਲ ਪ੍ਰਾਇਮਰੀ ਓਸਾਈਟ ਦੇ ਅਰਾਊਂਡ ਜਿਹੜੇ ਫੋਲੀਕਲ ਆਉਣਗੇ ਇੱਕ ਲੇਅਰ ਫਾਰਮ ਕਰ ਲੈਣਗੇ। ਤੇ ਜਦੋਂ ਇਹ ਫੋਲੀਕਲ ਆਉਣਗੇ ਤਾਂ ਇੱਥੇ ਇੱਕ ਲੇਅਰ ਬਣ ਜਾਏਗੀ। ਲੇਅਰ ਕਿਹਦੇ ਦੁਆਰਾ ਬਣੇਗੀ, ਇਸ ਲੇਅਰ ਨੂੰ ਕਹਿੰਦੇ ਆ ਜ਼ੋਨਾ ਪੈਲੀਸੂਡਾ। ਜਦੋਂ ਫੋਲੀਕਲਸ ਓਵਮ ਨੂੰ ਸਰਾਊਂਡ ਕਰਨਗੇ ਜਾਂ ਪ੍ਰਾਇਮਰੀ ਓਸਾਈਟ ਨੂੰ ਜਦੋਂ ਕੀ ਕਰਨਗੇ, ਸਰਾਊਂਡ ਕਰਨਗੇ, ਤਾਂ ਫੋਲੀਕਲ ਤੇ ਓਵਮ ਦੇ ਇਨ ਬਿਟਵੀਨ ਇੱਕ ਲੇਅਰ ਬਣ ਜਾਂਦੀ ਹੈ। ਉਸ ਲੇਅਰ ਨੂੰ ਆਪਾਂ ਨਾਮ ਦਿੱਤਾ ਹੋਇਆ ਆ ਜੋ ਲੇਅਰ ਬਣੇਗੀ ਜ਼ੋਨਾ ਪੈਲੀਸੂਡਾ, ਯਾਨੀ ਪੈਲੋਸੀਡਾ। ਜੋ ਇਨ ਬਿਟਵੀਨ ਹੋਏਗੀ, ਇਨ ਬਿਟਵੀਨ ਕਿਤੇ ਫੋਲੀਕਲ ਐਂਡ ਪ੍ਰਾਇਮਰੀ ਓਸਾਈਟ। ਪ੍ਰਾਇਮਰੀ ਓਸਾਈਟ ਦੇ ਵਿੱਚ ਦੈਨ ਇਹ ਪਹਿਲਾਂ ਫਲੈਟਡ ਹੈਗੇ ਆ, ਕਿਹੜੇ ਵਾਲੇ ਹੈਗੇ ਇੱਥੇ ਆਪਣੇ ਕੋਲ ਜੋ ਫੋਲੀਕਲ ਪਏ ਹੋਏ ਕਿਹੜੇ ਵਾਲੇ ਹੈਗੇ ਆ, ਫਲੈਟਡ ਹੋਣਗੇ। ਦੈਨ ਇਹ ਜਿਹੜੇ ਹੈਗੇ ਫਲੈਟਡ ਇਹ ਅੱਗੇ ਚੇਂਜ ਹੋ ਜਾਣਗੇ, ਇਹ ਕੀ ਬਣ ਜਾਣਗੇ ਇਸ ਤੋਂ ਬਾਅਦ ਵਿੱਚ ਕੋਲਮਨਰ। ਕਿਹੜੇ ਵਾਲੇ ਬਣ ਜਾਣਗੇ, ਇਹ ਵਾਲੇ ਕੋਲਮਨਰ ਦੀ ਫਾਰਮ ਵਿੱਚ ਆ ਜਾਣਗੇ। ਕੋਲਮਨਰ ਦੀ ਫਾਰਮ ਵਿੱਚ ਜਦੋਂ ਕੋਲਮਨਰ ਦੀ ਫਾਰਮ ਵਿੱਚ ਆਣਗੇ ਤਾਂ ਕਿੱਦਾਂ ਹੋ ਜਾਣਗੇ, ਇਸ ਸਾਈਜ਼ ਦੇ ਹੋ ਜਾਣਗੇ, ਲਾਈਕ ਦਿਸ। ਜਦੋਂ ਕੋਲਮਨਰ ਦੀ ਫਾਰਮ ਵਿੱਚ ਆ ਗਿਆ ਤਾਂ ਇਹ ਲੇਅਰ ਬਣ ਗਈ ਆਪਣੇ ਕੋਲ, ਇਸ ਨੂੰ ਆਪਾਂ ਕੀ ਕਹਿ ਦਿਆਂਗੇ, ਮੈਮਬ੍ਰੇਨਾ ਗ੍ਰੈਨੂਲੋਜ਼ਾ। ਜਦੋਂ ਕੋਲਮਨਰ ਦੀ ਫਾਰਮ ਵਿੱਚ ਆ ਗਏ ਤਾਂ ਇਸ ਲੇਅਰ ਨੂੰ ਕੀ ਕਹਿ ਦੇਣਾ ਆਪਾਂ, ਮੈਮਬ੍ਰੇਨਾ ਗ੍ਰੈਨੂਲੋਜ਼ਾ। ਫਸਟ ਸਟੈਪ ਵਿੱਚ ਕੀ ਸੀ, ਫਲੈਟਡ ਸੀਗੇ, ਫੋਲੀਕਲ ਨੇ ਕੀ ਕਰਿਆ, ਜੋ ਪ੍ਰਾਇਮਰੀ ਓਸਾਈਟ ਸੀ ਉਸ ਨੂੰ ਸਰਾਊਂਡ ਕਰਿਆ ਔਰ ਉਹਨਾਂ ਦੇ ਵਿੱਚ ਇਨ ਬਿਟਵੀਨ ਇੱਕ ਲੇਅਰ ਆ ਗਈ ਸੀ ਜੋ ਆਪਣੇ ਕੋਲ ਫੋਲੀਕਲ ਅਤੇ ਪ੍ਰਾਇਮਰੀ ਓਸਾਈਟ ਦੇ ਵਿੱਚ ਲੇਅਰ, ਉਸ ਨੂੰ ਆਪਾਂ ਕਹਿ ਦਿੰਦੇ ਜ਼ੋਨਾ ਪੈਲੀਸੂਡਾ। ਔਰ ਸੈਕੰਡਲੀ ਜਦੋਂ ਇਹ ਫਲੈਟਡ ਫੋਲੀਕਲ ਜਿਹੜੇ ਹੈਗੇ ਕੋਲਮਨਰ ਦੀ ਫਾਰਮ ਵਿੱਚ ਹੋ ਗਿਆ, ਕਿਹੜੇ ਵਾਲੀ ਫਾਰਮ ਦੇ ਵਿੱਚ ਹੋ ਗਿਆ, ਕੋਲਮਨਰ। ਜਦੋਂ ਇਹ ਕੋਲਮਨਰ ਹੋ ਗਿਆ ਤਾਂ ਇਹ ਇੱਕ ਲੇਅਰ ਬਣ ਗਈ ਹੈ, ਇੱਕ ਮੈਂਬਰਨ ਬਣ ਗਈ ਹੈ, ਉਸ ਮੈਂਬਰਨ ਨੂੰ ਆਪਾਂ ਨਾਮ ਦਿੱਤਾ ਮੈਮਬ੍ਰੇਨਾ ਗ੍ਰੈਨੂਲੋਜ਼ਾ। ਨੈਕਸਟ ਇਸ ਤੋਂ ਇਹ ਆਪਣੇ ਕੋਲ ਫਸਟ ਸਟੈਪ। ਸੈਕਿੰਡ ਦੇ ਵਿੱਚ ਆਪਣੇ ਕੋਲ ਕਿਹੜੇ ਵਾਲਾ ਵਿੱਚ ਕੀ ਪਿਆ ਹੋਇਆ, ਪ੍ਰਾਇਮਰੀ ਓਸਾਈਟ ਹੀ ਹੈ। ਅੱਜ ਕਿਸੇ ਵੀ ਤਰ੍ਹਾਂ ਦੇ ਆਪਾਂ ਆਲਰੇਡੀ ਕਹਿ ਦਿੱਤਾ ਕਿ ਜੋ ਅੱਗੇ ਦੀ ਮਿਓਸਿਸ ਹੈ ਉਹ ਰੈਸਟ ਹੋਈ ਹੈ, ਕਿਸੇ ਤਰ੍ਹਾਂ ਦੀ ਚੇਂਜ ਨਹੀਂ, ਲੇਕਿਨ ਮੋਡੀਫਿਕੇਸ਼ਨ ਹੋ ਰਹੀ ਹੈ। ਫੋਲੀਕਲਸ ਕੁਛ ਨਾ ਕੁਛ ਇਸ 'ਤੇ ਐਕਸਟਰਾ ਹੋ ਰਹੇ ਆ, ਫੋਲੀਕਲਸ ਦੀ ਇਨਵੋਲਵਮੈਂਟ ਹੈ, ਤਾਂ ਆਪਾਂ ਉਹਦੀ ਗੱਲ ਕਰ ਰਹੇ ਹਾਂ ਸਾਰੀ। ਜੋ ਨੈਕਸਟ ਸਟੈਪ ਦੇ ਵਿੱਚ ਹੋਏਗਾ, ਆਪਣੇ ਜੋ ਮੈਂਬਰਨ ਗ੍ਰੈਨੂਲੋਜ਼ਾ ਹੈਗੀ ਹੈ ਇਹ ਕੰਡੈਂਸ ਹੋਏਗੀ ਔਰ ਇੱਕ ਕਵਰਿੰਗ ਬਣਾ ਲਏਗੀ। ਜੋ ਮੈਂਬਰਨ ਆਪਣੇ ਕੋਲ ਹੈਗੀ ਗ੍ਰੈਨੂਲੋਜ਼ਾ ਇਹ ਕੀ ਹੋ ਜਾਏਗੀ, ਕੰਡੈਂਸ ਹੋ ਜਾਏਗੀ। ਵਿੱਚ ਕੀ ਪਿਆ ਹੋਇਆ, ਪ੍ਰਾਇਮਰੀ ਓਸਾਈਟ, ਔਰ ਇਹ ਕੀ ਹੋ ਜਾਏਗੀ, ਕੰਡੈਂਸ ਹੋ ਜਾਏਗੀ। ਔਰ ਨੰਬਰ ਆਫ ਫੋਲੀਕਲਸ ਹੋਰ ਇਹਦੇ ਨਾਲ ਅਟੈਚ ਹੁੰਦੇ ਜਾਣਗੇ।
ਜਦੋਂ ਕੰਡੈਂਸ ਹੋ ਕੇ ਐਸ ਫਾਰਮ ਦੇ ਵਿੱਚ ਹੋ ਜਾਏਗੀ ਤਾਂ ਇਹ ਕੀ ਬਣ ਜਾਏਗੀ, ਇੱਕ ਲੇਅਰ ਨੈਕਸਟ ਵਾਲੀ ਲੇਅਰ ਆ ਜਾਏਗੀ ਤੀਜੇ ਵਾਲੀ, ਇਸ ਨੂੰ ਆਪਾਂ ਕਹਿ ਦਿਆਂਗੇ ਥੀਕਾ ਇੰਟਰਨਾ। ਜੋ ਗ੍ਰੈਨੂਲੋਜ਼ਾ ਲੇਅਰ ਹੈਗੀ ਆ ਮੈਮਬ੍ਰੇਨਾ ਗ੍ਰੈਨੂਲੋਜ਼ਾ, ਇਹ ਕੀ ਹੋ ਜਾਏਗੀ, ਕੰਡੈਂਸ ਹੋਏਗੀ। ਕੰਡੈਂਸਡ ਹੋਣ ਤੋਂ ਬਾਅਦ ਵਿੱਚ ਜੋ ਇਹ ਵਾਲੀ ਲੇਅਰ ਹੈ ਉਹ ਕਿਹਦੇ 'ਚ ਕਨਵਰਟ ਹੋਏਗੀ ਅੱਗੇ, ਨੈਕਸਟ ਥੀਕਾ ਇੰਟਰਨਾ। ਥੀਕਾ ਇੰਟਰਨਾ। ਜੋ ਥੀਕਾ ਇੰਟਰਨਾ ਜੋ ਪ੍ਰਾਇਮਰੀ ਓਸਾਈਟ ਦੇ ਅਰਾਊਂਡ ਇੱਕ ਲੇਅਰ ਹੋ ਗਈ ਥੀਕਾ ਇੰਟਰਨਾ, ਇਹ ਇੱਕ ਤਰ੍ਹਾਂ ਦਾ ਹਾਰਮੋਨ ਨੂੰ ਸਕ੍ਰੀਟ ਕਰੇਗੀ। ਕਿਹੜੇ ਵਾਲਾ ਹਾਰਮੋਨ ਹੈਗਾ ਆਪਣੇ ਕੋਲ, ਇਹ ਹਾਰਮੋਨ ਸਕ੍ਰੀਟ ਕਰੇਗੀ ਐਸਟ੍ਰੋਜਨ। ਐਸਟ੍ਰੋਜਨ ਸਕ੍ਰੀਟ, ਐਸਟ੍ਰੋਜਨ ਜੋ ਸਕ੍ਰੀਟ ਕਰੇਗੀ ਤਾਂ ਇਸ 'ਤੇ ਜੋ ਆਪਣੇ ਥੀਕਾ ਇੰਟਰਨਾ ਕੀਤਾ, ਇਸ ਦੇ ਅਰਾਊਂਡ ਇੱਕ ਹੋਰ ਲੇਅਰ ਬਣ ਜਾਏਗੀ, ਇੱਕ ਹੋਰ ਕਵਰਿੰਗ ਆ ਜਾਏਗੀ, ਜਿਸ ਨੂੰ ਆਪਾਂ ਕੀ ਕਹਿ ਦਿਆਂਗੇ, ਥੀਕਾ ਐਕਸਟਰਨਾ। ਲੇਕਿਨ ਆਏਗੀ ਕਦੋਂ, ਜਦੋਂ ਥੀਕਾ ਇੰਟਰਨਾ ਨੇ ਸਕ੍ਰੀਟ ਕੀਤਾ ਐਸਟ੍ਰੋਜਨ, ਤਾਂ ਉਦੋਂ ਇਸ ਦੇ ਅਰਾਊਂਡ ਇੱਕ ਹੋਰ ਲੇਅਰ ਆ ਜਾਏਗੀ, ਅਤੇ ਇਸ ਵਾਲੇ ਨੂੰ ਆਪਾਂ ਕੀ ਕਹਿ ਦਿਆਂਗੇ, ਥੀਕਾ ਐਕਸਟਰਨਾ। ਔਰ ਥੀਕਾ ਐਕਸਟਰਨਾ ਔਰ ਥੀਕਾ ਇੰਟਰਨਾ ਦੋਨੋਂ ਨੂੰ ਆਪਾਂ ਕੀ ਕਹਿ ਦਿੰਦੇ ਆ, ਇੱਕ ਕੰਬਾਈਨਲੀ ਕਹਿੰਦੇ ਆ ਥੀਕਾ ਲੇਅਰ। ਥੀਕਾ ਲੇਅਰ, ਥੀਕਾ ਲੇਅਰ। ਹੁਣ ਇੱਕ ਚੀਜ਼, ਜਦੋਂ ਆਪਣੇ ਕੋਲੋਂ ਗ੍ਰੈਨੂਲੋਜ਼ਾ ਮੈਂਬਰਨ ਬਣੀ ਹੈ, ਇਹਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਫੋਲੀਕਲ। ਇੱਕ ਪ੍ਰਾਇਮਰੀ ਓਸਾਈਟ ਲੱਗ ਗਿਆ, ਪ੍ਰਾਇਮਰੀ ਓਸਾਈਟ ਦੇ ਵਿੱਚ ਹੈਗਾ, ਲੇਕਿਨ ਜਦੋਂ ਇੱਕ ਕੋਲਮਨਰ ਲੇਅਰ ਆ ਗਈ, ਫੋਲੀਕਲ ਦੀ ਕੋਲਮਨਰ ਲੇਅਰ ਆਏਗੀ, ਜਦੋਂ ਮੈਮਬ੍ਰੇਨਾ ਗ੍ਰੈਨੂਲੋਜ਼ਾ ਬਣਿਆ, ਤਾਂ ਉਸ ਵਾਲੀ ਚੀਜ਼ ਨੂੰ ਆਪਾਂ ਕਹਿੰਦੇ ਪ੍ਰਾਇਮਰੀ ਫੋਲੀਕਲ। ਜਦੋਂ ਥੀਕਾ ਆ ਗਈ ਤੇ ਇਸ ਵਾਲੀ ਚੀਜ਼ ਨੂੰ ਆਪਾਂ ਕਹਿਣਾ ਥੀਕਾ ਲੇਅਰ ਆ ਗਈ, ਤੇ ਇਹ ਵਾਲਾ ਕਿਹੜਾ ਆਪਣੇ ਕੋਲ ਹੋਏਗਾ, ਸੈਕੰਡਰੀ ਫੋਲੀਕਲ। ਸੈਕੰਡਰੀ ਫੋਲੀਕਲ। ਥੀਕਾ ਲੇਅਰ ਆਉਣ ਨਾਲ ਜੋ ਆਪਣੇ ਕੋਲ ਮੋਡੀਫਿਕੇਸ਼ਨ ਹੋਈ ਹੈ ਪ੍ਰਾਇਮਰੀ ਓਸਾਈਟ ਦੀ, ਉਸ ਚੀਜ਼ ਨੂੰ ਆਪਾਂ ਕਹਿਣਾ ਸੈਕੰਡਰੀ ਫੋਲੀਕਲ। ਇਹ ਸੈਕਿੰਡ ਸਟੇਜ ਸੀ। ਇਸ ਤੋਂ ਥਰਡ ਸਟੇਜ ਆਪਣੇ ਕੋਲ ਆਏਗੀ, ਜਿਹਨੂੰ ਆਪਾਂ ਟਰਸ਼ਰੀ ਫੋਲੀਕਲ ਕਹਿ ਦਿਆਂਗੇ, ਜਾਂ ਫਿਰ ਇਸ ਤੋਂ ਬਾਅਦ ਵਿੱਚ ਟਰਸ਼ਰੀ ਨਹੀਂ ਤਾਂ ਗ੍ਰਾਫਿਨ ਫੋਲੀਕਲ ਵੀ ਕਹਿ ਦਿੰਦੇ ਹਾਂ। ਔਰ ਆਪਣੇ ਕੋਲ ਕਿੱਥੇ ਪਹੁੰਚ ਗਏ, ਥੀਕਾ ਲੇਅਰ ਤੱਕ। ਥੀਕਾ ਲੇਅਰ ਆ ਗਈਆਂ। ਥੀਕਾ ਲੇਅਰ ਜਦੋਂ ਆਣ ਗਿਆ ਤਾਂ ਉਸ ਵਾਲੇ ਉਹਨੂੰ ਆਪਾਂ ਨਾਮ ਕੀ ਦਿੱਤਾ ਸੀ, ਸੈਕੰਡਰੀ ਫੋਲੀਕਲ। ਸੈਕੰਡਰੀ ਫੋਲੀਕਲ ਤੋਂ ਬਾਅਦ ਵਿੱਚ ਇੱਕ ਹੋਰ ਸਟੇਜ ਹੋਏਗੀ, ਜੋ ਥੀਕਾ ਲੇਅਰ ਹੈ ਉਹ ਪਿਆ ਹੋਇਆ ਆਪਣੇ ਕੋਲ, ਇਸ ਦੇ ਵਿੱਚ ਇੱਕ ਨਾ ਐਂਟਰਮ ਕੈਵਿਟੀ ਬਣ ਜਾਂਦੀ ਹੈ, ਲਾਈਕ ਦਿਸ। ਔਰ ਬਾਕੀ ਤਾਂ ਫੋਲੀਕਲ ਪਏ ਹੀ ਹੋਏ ਆ ਸਾਰੇ, ਕੀ ਆ, ਫੋਲੀਕਲਸ। ਔਰ ਇੱਕ ਕੈਵਿਟੀ ਜਨਰੇਟ ਹੋ ਜਾਂਦੀ ਹੈ। ਉਸ ਕੈਵਿਟੀ ਦੇ ਅੰਤ 'ਤੇ ਜੋ ਆਪਣੇ ਕੋਲ ਫੋਲੀਕਲ ਹੋਏਗਾ, ਉਸ ਫੋਲੀਕਲ ਨੂੰ ਆਪਾਂ ਨਾਮ ਦਿੰਦੇ ਹਾਂ ਟਰਸ਼ਰੀ ਫੋਲੀਕਲ। ਥੀਕਾ ਲੇਅਰ ਤੋਂ ਬਾਅਦ ਵਾਲੀ ਜਿਹੜੀ ਸਟੇਜ ਹੋਏਗੀ, ਉਸ ਤੋਂ ਬਾਅਦ ਵਿੱਚ ਜੋ ਸੈਕੰਡਰੀ ਫੋਲੀਕਲ ਹੈ, ਉਹ ਸੈਕੰਡਰੀ ਫੋਲੀਕਲ ਦੇ ਵਿੱਚ ਇੱਕ ਕੈਵਿਟੀ ਐਂਟਰ ਹੋ ਜਾਂਦੀ, ਆਹ ਵਾਲੀ ਕੈਵਿਟੀ। ਇਸ ਕੈਵਿਟੀ ਨੂੰ ਆਪਾਂ ਕਹਿੰਦੇ ਐਂਟਰਮ, ਐਂਟਰਮ ਕੈਵਿਟੀ। ਇਸ ਐਂਟਰਮ ਕੈਵਿਟੀ 'ਤੇ ਜਦੋਂ ਅਪੀਅਰ ਹੁੰਦੀ ਹੈ ਤਾਂ ਇਹ ਆਪਣਾ ਜੋ ਹੋਏਗਾ, ਇਹਨੂੰ ਆਪਾਂ ਕਹਿੰਦੇ ਹਾਂ ਟਰਸ਼ਰੀ ਫੋਲੀਕਲ। ਫੋਲੀਕਲ। ਔਰ ਇੱਥੇ ਆਪਣੇ ਕੋਲ ਪਿਆ ਕੀ ਹੈ ਵਿੱਚ, ਜੋ ਓਵਮ ਹੈ ਉਹ ਤਾਂ ਆਪਣੇ ਕੋਲ ਕਿਹੜੇ ਵਾਲਾ ਹੈਗਾ, ਪ੍ਰਾਇਮਰੀ ਓਸਾਈਟ ਹੀ ਹੈ। ਇਹ ਸਾਰੀਆਂ ਕਦੋਂ ਹੋ ਰਹੀਆਂ, ਇਹ ਜਿੰਨੀਆਂ ਵੀ ਚੇਂਜਸ ਹੋਈਆਂ, ਇਹ ਕਦੋਂ ਹੋਇਆ, ਬਰਥ ਤੋਂ ਪਿਊਬਰਟੀ ਤੱਕ। ਬਰਥ ਤੋਂ ਪਿਊਬਰਟੀ ਤੱਕ ਇੱਦਾਂ ਹੀ ਪ੍ਰੋਸੈਸ ਚੱਲਦੀ ਹੈ। ਜੋ ਪ੍ਰਾਇਮਰੀ ਓਸਾਈਟ ਹੈ ਉਸ ਦੇ ਮੋਡੀਫਿਕੇਸ਼ਨਸ ਹੁੰਦੀਆਂ, ਪਹਿਲਾਂ ਪ੍ਰਾਇਮਰੀ ਫੋਲੀਕਲ ਬਣਦਾ, ਦੈਨ ਸੈਕੰਡਰੀ, ਫਿਰ ਟਰਸ਼ਰੀ। ਟਰਸ਼ਰੀ ਵਾਲੇ ਨੂੰ ਆਪਾਂ ਨਾਮ ਦਿੱਤਾ ਹੋਇਆ ਇੱਕ ਹੋਰ ਗ੍ਰਾਫੀਨ ਫੋਲੀਕਲ। ਗ੍ਰਾਫੀਨ ਫੋਲੀਕਲ, ਟਰਸ਼ਰੀ ਕਹਿ ਲਓ, ਜਾਂ ਗ੍ਰਾਫੀਨ ਫੋਲੀਕਲ ਕਹਿ ਲਓ।
ਔਰ ਇਹਦੇ ਵਿੱਚ ਕਿਹੜੇ ਵਾਲਾ ਹੈਗਾ ਅਜੇ ਆਪਣੇ ਕੋਲ ਪ੍ਰਾਇਮਰੀ ਓਸਾਈਟ ਹੀ ਹੈ। ਔਰ ਪ੍ਰਾਇਮਰੀ ਓਸਾਈਟ ਕਿੱਥੇ ਅਰੈਸਟ ਹੋਇਆ ਪ੍ਰੋਫੇਜ਼ 1। ਪ੍ਰੋਫੇਜ਼ 1 ਦੀ ਕਿਹੜੇ ਵਾਲੀ ਸਟੇਜ ਹੈਗੀ ਹੈ ਡਿਪਲੋਟੇਨ ਸਟੇਜ ਤੇ, ਡਿਪਲੋਟੇਨ ਸਟੇਜ ਤੇ ਆ ਕੇ ਅਰੈਸਟ ਹੋਇਆ। ਨੈਕਸਟ ਜਦੋਂ ਗ੍ਰਾਫੀਨ ਫੋਲੀਕਲ ਹੋ ਗਿਆ, ਗ੍ਰਾਫੀਨ ਫੋਲੀਕਲ ਤੋਂ ਫਿਰ ਨੈਕਸਟ ਵਾਲੀ ਪ੍ਰੋਸੈਸ ਪ੍ਰੋਸੀਡ ਹੋਏਗੀ ਜਿਹਨੂੰ ਆਪਾਂ ਮਿਓਸਿਸ ਕਹਿ ਦਿੱਤਾ। ਪਹਿਲਾਂ ਡਿਪਲੋਟੇਨ ਸੀਗਾ, ਗ੍ਰਾਫੀਨ ਫੋਲੀਕਲ ਜਦੋਂ ਬਣ ਗਿਆ, ਇਹ ਕਦੋਂ ਹੋਏਗਾ, ਇਹ ਪਬਰਟੀ ਏਜ ਤੱਕ ਬਣੇਗਾ। ਪਬਰਟੀ ਏਜ ਤੱਕ ਆਪਣੇ ਕੋਲ ਕੀ ਹੋ ਗਿਆ ਫੋਰਮ ਗ੍ਰਾਫੀਨ ਫੋਲੀਕਲ। ਗ੍ਰਾਫੀਨ ਫੋਲੀਕਲ ਨੂੰ ਆਪਾਂ ਟਰਸ਼ਰੀ ਵੀ ਕਹਿ ਦਿੰਦੇ ਹਾਂ, ਟਰਸ਼ਰੀ ਫੋਲੀਕਲ। ਇਸ ਤੋਂ ਬਾਅਦ ਆਪਣੇ ਕੋਲ ਕੀ ਹੋਏਗਾ, ਇੱਕ ਗ੍ਰਾਫੀਨ ਫੋਲੀਕਲ ਜੋ ਟਰਸ਼ਰੀ ਫੋਲੀਕਲ ਹੈ ਮੈਚਿਓਰ ਹੋ ਕੇ ਗ੍ਰਾਫੀਨ ਫੋਲੀਕਲ ਬਣ ਗਿਆ। ਗ੍ਰਾਫੀਨ ਫੋਲੀਕਲ ਤੱਕ ਆਪਣਾ ਜੋ ਹੈ ਐਗ ਜਾਂ ਪ੍ਰਾਇਮਰੀ ਓਸਾਈਟ ਉਹ ਪ੍ਰੋਫੇਸ 1 ਤੇ ਹੀ ਰੈਸਟ ਹੈ। ਕਿਹੜੀ ਵਾਲੀ ਸਟੇਜ ਤੇ ਡਿਪਲੋਟੇਨ ਸਟੇਜ ਤੇ। ਹੁਣ ਡਿਪਲੋਟੇਨ ਸਟੇਜ ਤੋਂ ਬਾਅਦ ਵਿੱਚ ਜਦੋਂ ਪਬਰਟੀ ਏਜ ਹੋਗੀ, ਉਸ ਤੋਂ ਬਾਅਦ ਮਿਓਟਿਕ 1 ਕੰਪਲੀਟ ਹੋਏਗੀ। ਗ੍ਰਾਫੀਨ ਫੋਲੀਕਲ ਤੋਂ ਬਾਅਦ ਵਿੱਚ ਕੀ ਹੋਏਗਾ, ਗ੍ਰਾਫੀਨ ਫੋਲੀਕਲ, ਉਸ ਤੋਂ ਬਾਅਦ ਮਿਓਟਿਕ 1 ਕੰਪਲੀਟ ਹੋਏਗੀ। ਮਿਓਟਿਕ 1 ਕੰਪਲੀਟ ਜਦੋਂ ਕੰਪਲੀਟ ਹੋਏਗੀ ਤਾਂ ਆਪਣੇ ਕੋਲ ਦੇਖੋ ਆਹ ਚੀਜ਼ ਬਣ ਗਈ। ਜਦੋਂ ਆਪਣੇ ਕੋਲ ਮਿਓਟਿਕ 1 ਕੰਪਲੀਟ ਹੋਇਆ, ਆਹ ਦੇਖੋ ਆਪਣੇ ਕੋਲ ਮਿਓਟਿਕ 1 ਕੰਪਲੀਟ ਹੋਇਆ। ਮਿਓਟਿਕ 1 ਦੇ ਵਿੱਚ ਕੀ ਹੋਏਗਾ, ਆਪਣੇ ਕੋਲ ਇੱਕ ਪੋਲਰ ਬੋਡੀ ਬਣ ਜਾਏਗੀ, ਫਸਟ ਪੋਲਰ ਬੋਡੀ, ਔਰ ਇੱਕ ਸੈਕੰਡਰੀ ਓਸਾਈਟ ਬਣੇਗਾ। ਇਹ ਕਦੋਂ ਹੋਇਆ, ਜਦੋਂ ਪਬਰਟੀ ਏਜ ਨੂੰ ਕ੍ਰੋਸ ਕਰ ਚੱਲੇ। ਹੁਣ ਪੋਲਰ ਬੋਡੀ ਔਰ ਸੈਕੰਡਰੀ ਓਸਾਈਟ ਕੀ ਆ, ਇੱਥੇ ਜੋ ਪ੍ਰਾਇਮਰੀ ਓਸਾਈਟ ਸੀ ਉਹਦੇ ਕੋਲ ਕਿੰਨੇ ਸੀਗੇ 46 ਨੰਬਰ ਆਫ ਕ੍ਰੋਮੋਸੋਮ ਸੀਗੇ। ਜਦੋਂ ਇੱਥੋਂ ਆਪਣੇ ਕੋਲ ਕੀ ਹੋਇਆ, ਜਦੋਂ ਡਿਵਾਈਡੇਸ਼ਨ ਹੋਈ ਤਾਂ ਆਪਣੇ ਕੋਲ ਕੀ ਬਣ ਗਿਆ, ਇਹ ਵਾਲਾ ਪੋਲਰ ਬੋਡੀ 23 ਕ੍ਰੋਮੋਸੋਮ ਇਹਦੇ ਕੋਲ ਆਏ, 23 ਇਸ ਕੋਲ ਆਏ। ਲੇਕਿਨ ਇੱਥੇ ਸਾਈਟੋਪਲਾਜ਼ਮ ਜਿਹੜਾ ਹੈਗਾ ਉਹ ਉਨਾ ਹੁੰਦਾ ਨਹੀਂ ਹੈ, ਮਤਲਬ ਨਿਗਲੀਜੀਬਲ ਹੁੰਦਾ। ਸੋ ਇਹ ਅੱਗੇ ਦੀ ਜੋ ਪ੍ਰੋਸੈਸ ਹੈਗੀ ਆ ਮਿਓਟਿਕ 2 ਵਿੱਚ ਪਾਰਟੀਸਪੇਟ ਨਹੀਂ ਕਰਦੀਗੀ, ਇਹ ਡੀਜਨਰੇਟ ਹੋ ਜਾਂਦੀ ਹੈ। ਸਾਈਟੋਪਲਾਜ਼ਮਿਕ ਜਿਹੜੀ ਹੈਗੀ ਇੱਦਾਂ ਪਲਾਜ਼ਮ ਨਿਗਲੀਜੀਬਲ ਹੁੰਦਾ ਵਾ, ਨਿਗਲੀਜੀਬਲ ਹੋਣ ਕਰਕੇ ਇਹ ਅੱਗੇ ਪਾਰਟੀਸਪੇਟ ਨਹੀਂ ਕਰਦਾ ਗਾ। ਔਰ ਸੈਕਿੰਡ ਜੋ ਸੈਕੰਡਰੀ ਓਸਾਈਟ ਹੈਗਾ ਇਹ ਹੀ ਅੱਗੇ ਪਾਰਟੀਸਪੇਟ ਕਰਦਾ ਮਿਓਟਿਕ 2 ਵਾਸਤੇ ਜਾਂ ਮਿਓਸਿਸ 2 ਲਈ ਪਾਰਟੀਸਪੇਟ ਕਰੇਗਾ, ਇਹ ਵਾਲਾ ਅੱਗੇ ਪਾਰਟੀਸਪੇਟ ਨਹੀਂ ਕਰੇਗਾ। ਜਦੋਂ ਸੈਕੰਡਰੀ ਓਸਾਈਟ ਆਪਣੇ ਕੋਲ ਹੈ ਕਦੋਂ ਹੋਇਆ, ਜਦੋਂ ਮਿਓਟਿਕ 1 ਹੋਈ। ਸੈਕੰਡਰੀ ਓਸਾਈਟ ਜੋ ਹੈ ਇਹ ਅੱਗੇ ਕੀ ਹੋਏਗਾ, ਇਸ ਦੇ ਵਿੱਚ ਹੀ ਮਿਓਸਿਸ 2 ਹੋਣੀ ਹੈ, ਜਿੱਥੋਂ ਆਪਣੇ ਕੋਲ ਓਵਮ ਹੋਏਗਾ ਔਰ ਇੱਕ ਹੋਰ ਪੋਲਰ ਬੋਡੀ ਬਣੇਗੀ। ਉਸ ਪੋਲਰ ਬੋਡੀ ਫਿਰ ਤੋਂ ਉਹੀ ਚੀਜ਼, ਇਹਦੇ ਕੋਲ ਕਿੰਨੇ ਹੋਣਗੇ, ਓਵਮ ਕੋਲ 23 ਔਰ ਇਹਦੇ ਕੋਲ ਵੀ 23, ਲੇਕਿਨ ਸੈਕਿੰਡ ਪੋਲਰ ਬੋਡੀ ਇਹ ਵੀ ਅੱਗੇ ਕੀ ਆ ਪਾਰਟੀਸਪੇਟ ਨਹੀਂ ਕਰਦੀ ਕਿਸੇ ਵੀ ਤਰ੍ਹਾਂ ਦੀ, ਇਹ ਵੀ ਕੀ ਹੋ ਜਾਂਦੀ ਹੈ ਡੀਜਨਰੇਟ ਹੋ ਜਾਂਦੀ ਹੈ। ਸੈਕਿੰਡ ਪੋਲਰ ਬੋਡੀ ਵੀ ਕੀ ਕਰੇਗੀ, ਡੀਜਨਰੇਟ ਹੋ ਜਾਂਦੀ ਹੈ। ਇਸ ਕੋਲ ਸਾਈਟੋਪਲਾਜ਼ਮ ਉਨੇ ਅਮਾਊਂਟ ਵਿੱਚ ਨਹੀਂ ਹੁੰਦਾ ਜਿੰਨਾ ਕਿ ਰਿਕਵਾਇਰ ਹੈ, ਸੋ ਇਹ ਵੀ ਕੀ ਹੋਏਗੀ ਡੀਜਨਰੇਟ ਆਵੇ। ਔਰ ਇੱਥੋਂ ਦੇਖੋ ਇੱਕ ਪ੍ਰਾਇਮਰੀ ਓਸਾਈਟ ਤੋਂ ਜਸਟ ਇੱਕ ਨੰਬਰ ਆਫ ਹੀ ਆਪਣੇ ਕੋਲ ਓਵਮ ਪ੍ਰੋਡਿਊਸ ਹੋਇਆ, ਲੇਕਿਨ ਸਪਰਮੈਟੋਜੈਨਸਿਸ 'ਚ ਕੀ ਹੈਗਾ ਸੀ, ਇੱਕ ਸੈੱਲ ਜਿਹੜਾ ਹੈਗਾ ਸੀ ਇੱਕ ਤੋਂ ਕਿੰਨੇ ਬਣੇ ਸੀ ਆਪਣੇ ਕੋਲ 4 ਬਣਦੇ ਆ। ਮਿਓਸਿਸ 1 ਵਿੱਚ ਕਿੰਨੇ ਹੋ ਜਾਂਦੇ ਸੀ, ਔਰ ਫਿਰ ਫਰਦਰ ਜਦੋਂ ਮਿਓਸਿਸ 2 ਹੁੰਦੀ ਸੀ ਆਪਣੇ ਕੋਲ ਕਿੰਨੇ ਹੋ ਜਾਂਦੇ ਸੀਗੇ, ਇੱਕ ਸੈੱਲ ਤੋਂ 4 ਜਨਰੇਟ ਹੋ ਰਹੇ ਸੀ। ਲੇਕਿਨ ਆਪਣੇ ਕੋਲ ਅਗਰ ਆਪਾਂ ਓਜੈਨਸਿਸ ਦੇਖਦੇ ਹਾਂ, ਇੱਕ ਫੀਮੇਲ ਮਦਰ ਸੈੱਲ ਤੋਂ ਇੱਕ ਹੀ ਓਵਮ ਪ੍ਰੋਡਿਊਸ ਹੋ ਰਿਹਾ, ਕਿਉਂਕਿ ਜੋ ਪੋਲਰ ਬੋਡੀ ਆ ਉਹ ਫਰਦਰ ਪਾਰਟੀਸਪੇਟ ਨਹੀਂ ਕਰਦੀਆਂ ਹੈਗੀਆਂ ਮਿਓਸਿਸ 2 ਲਈ, ਜਿੱਦਾਂ ਫਸਟ ਪੋਲਰ ਬੋਡੀ ਨੂੰ ਕਰਨਾ ਚਾਹੀਦਾ ਸੀ। ਲੇਕਿਨ ਸਾਈਟੋਪਲਾਜ਼ਮਿਕ ਰੇਸ਼ੋ ਜਿਹੜੀ ਹੈਗੀ ਹੈ ਜਾਂ ਸਾਈਟੋਪਲਾਜ਼ਮ ਉਹਨਾਂ ਨਹੀਂ ਹੈਗਾ ਜਿੰਨਾ ਰਿਕੁਆਇਰਬਲ ਹੈਗਾ ਸੀ, ਇਸ ਲਈ ਇਹ ਕੀ ਹੋ ਜਾਂਦਾ ਡੀਜਨਰੇਟ ਹੋ ਜਾਂਦਾ। ਔਰ ਆਪਣੇ ਕੋਲ ਕੀ ਹੈ ਕੱਲਾ ਸੈਕੰਡਰੀ ਓਸਾਈਟ ਹੀ ਪਾਰਟੀਸਪੇਟ ਕਰਦਾ ਓਵਮ ਲਈ। ਹੁਣ ਨੈਕਸਟ ਜੋ ਸੈਕੰਡਰੀ ਓਸਾਈਟ ਹੈ, ਸੈਕੰਡਰੀ ਓਸਾਈਟ, ਇਸ ਸੈਕੰਡਰੀ ਓਸਾਈਟ ਦੇ ਵਿੱਚ ਮਿਓਸਿਸ 2 ਹੋਏਗੀ ਹੁਣ, ਲੇਕਿਨ ਇਹ ਮਿਓਸਿਸ 2 ਉਦੋਂ ਹੀ ਹੋਏਗੀ
ਮਿਓਸਿਸ 2 ਉਦੋਂ ਹੀ ਹੋਏਗੀ ਐਂਟਰੀ ਆਫ ਸਪਰਮ 'ਤੇ, ਜਦੋਂ ਐਂਟਰੀ ਕਿਹਦੀ ਹੋਏਗੀ, ਸਪਰਮ ਦੀ ਐਂਟਰੀ ਹੋਏਗੀ। ਜਦੋਂ ਸਪਰਮ ਦੀ ਐਂਟਰੀ ਹੋਏਗੀ ਸੈਕੰਡਰੀ oocyte ਜਿਹੜਾ ਹੈਗਾ, ਸੈਕੰਡਰੀ oocyte ਕਿਹੜੇ ਵੱਲ ਹੈਗਾ, 23 ਕ੍ਰੋਮੋਸੋਮ ਕਿਹੜੇ ਵੱਲ ਹੈਗੇ, ਐਕਸ ਵਾਲੇ, 23 ਕ੍ਰੋਮੋਸੋਮ ਐਕਸ ਵਾਲੇ। ਜਦੋਂ ਇਹਦੇ ਵਿੱਚ ਐਂਟੀਓਸਪਰਮ ਹੋਏਗਾ ਤਾਂ ਫਿਰ ਇਹ ਕੀ ਕਰੇਗਾ, ਇਹਦੀ ਓਵੂਲੂਸ਼ਨ ਹੋਏਗੀ, ਇੱਕ ਓਵਮ ਹੋ ਜਾਏਗਾ ਔਰ ਦੂਸਰੇ ਵਾਲਾ ਕੀ ਹੈਗਾ ਆਪਣੇ ਕੋਲ, ਸੈਕਿੰਡ ਪੋਲਰ ਬੋਡੀ ਆ ਜਾਏਗੀ। ਅਗਰ ਸਪਰਮ ਇਸ ਦੇ ਕੰਟੈਕਟ ਦੇ ਵਿੱਚ ਆ ਗਿਆ ਤਾਂ ਫਿਰ ਤਾਂ ਫਰਟੀਲਾਈਜੇਸ਼ਨ ਹੋ ਜਾਏਗੀ। ਓਕੇ, ਫਰਟੀਲਾਈਜੇਸ਼ਨ ਹੋ ਜਾਏਗੀ। ਅਗਰ ਨਹੀਂ ਆਇਆ ਤਾਂ ਫਿਰ ਕੀ ਹੈ, ਡੀਜਨਰੇਟ ਹੋ ਜਾਏਗਾ। ਜਦੋਂ ਓਵਮ ਆਪਣੇ ਕੋਲ, ਮਿਓਸਿਸ 2 ਕਦੋਂ ਹੋਏਗੀ, ਸੈਕੰਡਰੀ oocyte ਦੇ ਵਿੱਚ, ਲੇਕਿਨ ਕਦੋਂ ਹੋਏਗੀ, ਐਂਟੀਓਸਪਰਮ 'ਤੇ ਹੀ ਇੰਡਿਊਸ ਹੋਣੀ ਹੈ। ਅਗਰ ਨਹੀਂ ਹੁੰਦਾ ਤਾਂ ਫਿਰ ਇਹ ਜਿਹੜਾ ਹੈਗਾ ਸੈਕੰਡਰੀ oocyte ਜੋ ਮੈਂਸਟਰੂਅਲ ਸਾਈਕਲ ਹੈਗਾ, ਸੈਕੰਡਰੀ oocyte ਐਜ਼ ਇਟ ਇਜ਼ ਹੀ ਡੀਜਨਰੇਟ ਹੋ ਜਾਏਗਾ। ਲੇਕਿਨ ਜਦੋਂ ਆਪਾਂ ਓਵੂਲੂਸ਼ਨ ਦੀ ਗੱਲ ਕਰਦੇ ਹਾਂ, ਓਵੂਲੂਸ਼ਨ ਐਂਟੀਓਸਪਰਮ 'ਤੇ ਹੀ ਹੋਏਗੀ, ਕਿਉਂਕਿ ਜਦੋਂ ਸਪਰਮ ਐਂਟਰ ਕਰਦਾ ਤਾਂ ਕੁਝ ਫੈਕਟਰ ਹੁੰਦੇ ਆ ਸਪਰਮ ਦੀ ਐਂਟਰੀ 'ਤੇ। ਇੱਕ ਤਾਂ MPF ਕਿਹੜੇ ਵਾਲਾ ਹੈਗਾ ਇੱਥੇ ਆਪਣੇ ਕੋਲ, M ਫੇਸ ਪ੍ਰਮੋਟਿੰਗ ਫੈਕਟਰ, M ਫੇਸ ਪ੍ਰਮੋਟਿੰਗ ਫੈਕਟਰ। ਇਹ ਕੀ ਹੋਏਗਾ, ਇਹ ਬ੍ਰੇਕ ਹੋ ਜਾਏਗਾ। ਦੇਖੋ ਜਦੋਂ ਮਿਓਸਿਸ ਆਪਣੇ ਕੋਲ ਹੋਊਗੀ 1, ਮਿਓਸਿਸ 1 ਕੰਪਲੀਟ, ਸੈਕੰਡਰੀ oocyte ਵੀ ਇੱਕ ਸਟੇਜ 'ਤੇ ਆ ਕੇ ਕੀ ਹੋ ਜਾਂਦਾ, ਅਰੈਸਟ ਹੋ ਜਾਂਦਾ। ਉਹ ਕਿਹੜੇ ਵਾਲੀ ਹੁੰਦੀ ਹੈ, ਮੈਟਾ ਸਟੇਜ ਜਾਂ M ਸਟੇਜ ਕਹਿ ਦਈਏ। ਮੈਟਾ ਸਟੇਜ 'ਤੇ ਆ ਕੇ ਇਹ ਕੀ ਹੋ ਜਾਂਦਾ, ਇਹ ਫਿਰ ਤੋਂ ਅਰੈਸਟ ਹੋ ਜਾਂਦਾ ਸੈਕੰਡਰੀ, ਔਰ ਇਹ ਰੈਸਟਿੰਗ ਨੂੰ ਤੋੜਨ ਲਈ ਕੀ ਹੁੰਦੇ, ਸਪਰਮ ਦੀ ਐਂਟਰੀ ਹੋਏਗੀ, ਫਿਰ ਹੀ ਅੱਗੇ ਮੈਟਾ ਸਟੇਜ ਪ੍ਰੋਸੀਡ ਹੋਏਗੀ, ਮੈਟਾ ਸਟੇਜ ਤੋਂ ਅੱਗੇ ਆਏਗੀ। ਜਦੋਂ ਐਂਟਰੀ ਆਫ ਸਪਰਮ ਹੋਏਗੀ ਨਾ, ਸਪਰਮ ਦੀ ਐਂਟਰੀ ਹੋਏਗੀ, ਸੈਕੰਡਰੀ oocyte ਕੀ ਹੋਊਗਾ, ਸੈਕੰਡਰੀ oocyte ਫਿਰ ਤੋਂ ਅੱਗੇ ਅਰੈਸਟ ਹੋ ਜਾਂਦਾ ਕਿਹੜੀ ਵਾਲੀ, M ਫੇਜ਼ 'ਤੇ ਜਾ ਕੇ, M ਫੇਜ਼ 'ਤੇ। ਜੋ ਸਪਰਮ ਦੀ ਐਂਟਰੀ ਹੋਏਗੀ ਤਾਂ ਕੁਝ ਐਂਜ਼ਾਈਮ ਹੁੰਦੇ ਆ, ਉਹ ਰਿਸਪੋਂਸੀਬਲ ਹੁੰਦੇ ਆ ਸੈਕੰਡਰੀ oocyte ਦੇ ਵਿੱਚ ਅੱਗੇ ਮਿਓਸਿਸ 2 ਨੂੰ ਕੰਪਲੀਟ ਕਰਾਉਣ ਲਈ। ਸਪਰਮ ਦੀ ਐਂਟਰੀ ਹੋਏਗੀ ਤਾਂ ਦੋ ਤਰ੍ਹਾਂ ਦੇ ਆਪਣੇ ਕੋਲ ਫੈਕਟਰ ਆਉਣਗੇ। ਇੱਕ MPF ਹੈਗਾ ਮੈਟਾਫੇਜ਼ ਪ੍ਰਮੋਟਿੰਗ ਫੈਕਟਰ। ਇਹ ਕੀ ਕਰੇਗਾ, ਬ੍ਰੇਕ ਕਰੇਗਾ MPF ਨੂੰ। ਜੋ ਸਪਰਮ ਦੀ ਐਂਟਰੀ ਹੋਏਗੀ ਇਸ ਫੈਕਟਰ ਨੂੰ ਇਹ ਬ੍ਰੇਕ ਕਰ ਦੇਗਾ, ਮੈਟਾਫੇਜ਼ ਪ੍ਰਮੋਟਿੰਗ ਫੈਕਟਰ, ਕਿਉਂਕਿ ਮੈਟਾ 'ਤੇ ਆ ਕੇ ਕੀ ਹੋਈ ਹੋਈ ਹੈ, ਅਰੈਸਟ ਹੋਈ ਹੋਈ ਹੈ। ਅਤੇ ਜੋ ਸਪਰਮ ਦੀ ਐਂਟਰੀ ਹੋਏਗੀ ਤਾਂ ਇਸ ਫੈਕਟਰ MPF ਨੂੰ ਇਹ ਬ੍ਰੇਕ ਕਰ ਦੇਗਾ। ਜਦੋਂ ਬ੍ਰੇਕ ਕਰੇਗਾ ਤਾਂ ਮੈਟਾਫੇਜ਼ ਤੋਂ ਅੱਗੇ ਕਿਹੜੇ ਵਾਲੀ ਵਿੱਚ ਚਲੀ ਜਾਏਗੀ, ਐਨਾਫੇਜ਼ ਦੇ ਵਿੱਚ। ਔਰ ਇੱਕ ਹੋਰ ਐਂਜ਼ਾਈਮ ਹੈਗਾ ਆਪਣੇ ਕੋਲ, ਜੋ ਸਪਰਮ ਦੀ ਐਂਟਰੀ ਹੋਗੀ, APC ਆਏਗਾ, ਉਸ ਨੂੰ ਆਪਾਂ ਕਹਿੰਦੇ ਹਾਂ ਐਨਾਫੇਜ਼ ਪ੍ਰਮੋਟਿੰਗ ਫੈਕਟਰ। ਇੱਕ ਹੈਗਾ ਮੈਟਾਫੇਜ਼ ਪ੍ਰਮੋਟਿੰਗ ਫੈਕਟਰ, ਇਸ ਨੂੰ ਕੀ ਕਰੇਗਾ, ਬ੍ਰੇਕ ਕਰੇਗਾ ਜਦੋਂ ਸਪਰਮ ਦੀ ਐਂਟਰੀ ਹੋਏਗੀ। ਔਰ APC ਐਨਾਫੇਜ਼ ਪ੍ਰਮੋਟਿੰਗ ਫੈਕਟਰ ਨੂੰ ਕੀ ਕਰੇਗਾ, ਇਹ ਔਨ ਕਰੇਗਾ ਜਾਂ ਟਰਨ ਕਰੇਗਾ। ਐਨਾਫੇਜ਼ ਪ੍ਰਮੋਟਿੰਗ ਫੈਕਟਰ ਨੂੰ ਕੀ ਕਰੇਗਾ, ਔਨ ਕਰ ਦੇਗਾ, ਔਰ ਮੈਟਾਫੇਜ਼ ਪ੍ਰਮੋਟਿੰਗ ਫੈਕਟਰ ਨੂੰ ਇਹ ਕੀ ਕਰ ਦੇਗਾ, ਬ੍ਰੇਕ ਕਰੇਗਾ। ਜਦੋਂ ਸਪਰਮ ਦੀ ਐਂਟਰੀ ਹੋਏਗੀ ਤਾਂ ਮਿਓਸਿਸ 2 ਕੀ ਹੋ ਜਾਏਗੀ, ਪ੍ਰੋਸੀਡ ਹੋਏਗੀ। ਮਿਓਸਿਸ 2 ਕੰਪਲੀਟ, ਜਦੋਂ ਕੰਪਲੀਟ ਹੋਏਗੀ ਤਾਂ ਫਿਰ ਕੀ ਹੋਏਗਾ, ਇਹਦੇ ਕੋਲ ਇੱਕ ਪੋਲਰ ਬੋਡੀ, ਸੈਕਿੰਡ ਪੋਲਰ ਬੋਡੀ ਹੋਏਗੀ, ਔਰ ਇੱਕ ਕੀ ਹੋਏਗਾ, ਓਵਮ। ਇਹ ਉਦੋਂ ਹੀ ਹੋਏਗਾ ਜਦੋਂ ਸਪਰਮ ਦੀ ਐਂਟਰੀ ਹੋਏਗੀ। ਓਵਮ ਉਦੋਂ ਹੋਏਗਾ ਔਰ ਦੈਨ ਫਰਟੀਲਾਈਜ਼ ਹੋ ਸਕਦਾ ਜਾਂ ਨਹੀਂ, ਉਹ ਪੋਸੀਬਿਲਿਟੀ ਦੱਸੇਗੀ। ਅਗਰ ਫਰਟੀਲਾਈਜ਼ਡ ਹੋ ਗਿਆ ਫਿਰ ਤਾਂ ਅੱਗੇ ਵਾਲੀ ਸਟੇਜ ਜਿਹੜੀ ਹੈਗੀ ਹੈ ਸਾਰੀਆਂ ਚੱਲਣਗੀਆਂ। ਅਗਰ ਫਰਟੀਲਾਈਜ਼ਡ ਨਹੀਂ ਹੋਇਆ, ਅਗਰ ਫਰਟੀਲਾਈਜ਼ਡ ਹੋ ਗਿਆ, ਕਿਉਂਕਿ ਐਂਟਰੀ ਆਫ ਸਪਰਮ 'ਤੇ ਹੋਣਾ, ਅਗਰ ਫਰਟੀਲਾਈਜ਼ਡ ਹੋ ਗਿਆ ਫਿਰ ਤਾਂ ਕੰਪਲੀਟ ਸਟੇਜਸ ਹੋਣਗੀਆਂ, ਐਮਬਰੀਓਨਿਕ ਸਟੇਜ ਸਭ ਉੱਦਾਂ ਹੀ ਚੱਲੇਗਾ।
स्टेज एंड सारी डिवेलपमेंट। और इधर की अगर नहीं होंगे फर्टिलाइज तो फिर की होएगा नॉट फर्टिलाइज्ड, तो फिर की होएगा डीजनरेशन हो जाएगी। डीजनरेशन हो जाएगी। और सैकेंड पोलर बॉडी जी हैगी है एक है इस साइटोप्लाज्म एक सफिशिएंट अमाउंट के नहीं होंदा तो यह भी की हो जाएगी डीजनरेट हो जाती है। ओवम कदों प्रोड्यूस होया जदों स्पर्म की एंट्री हुई है। स्पर्म की एंट्री होने तो APC एनाफेज प्रमोटिंग फैक्टर ब्रेक होएगा और APC जिहड़ा टर्न ऑन होएगा। APC है एनाफेज प्रमोटिंग फैक्टर वो की हो जाएगा टर्न ऑन हो जाएगा जिसदे नाल की है म्यूसिस 2 कंप्लीट होएगी। ओवम आ जाएगा। ओवम दे अगर फर्टिलाइज्ड हो गया तो फिर तो अगे वाली स्टेजेस आ जाएंगे। अगर नहीं होएगा फर्टिलाइज तो फिर की हो जाएगा डीजनरेट हो जाएगा। और अगर आप गल करते हैं कि सैकेंडरी oocyte ਦੇ ਮਿਓਸਿਸ 2 ਕੰਪਲੀਟ ਹੋਏਗੀ ਐਂਟੀਓਸਪਰਮ ਤੇ अगर नहीं है तो ये ਮੈਚੁਰਲ ਸਾਈਕਲ ਦੇ ਵਿੱਚ ਐਜ਼ ਇਟ ਇਜ਼ ਡੀਜਨਰੇਟ ਹੋ ਜਾਏਗਾ ਸੈਕੰਡਰੀ oocyte। ਹੁਣ बुक तो करते हैं ਆਪਾਂ। देखो तो सिंगल लेयर ऑफ ग्रैनुलोसा सैल मोर लेयर ऑफ ग्रैनुलोसा सैल बन जाएगी तो की बन जाएगी न्यू थिक्का लेयर आ जाएगी। कंप्लीशन ऑफ म्यूसिस 1 होएगी तो फ्लूइड फिल एंट्रम कैविटी जी अपने को थिक्का लेयर एंड ऑर्गेनाइज्ड इनटू एक्सटर्नल एंड इंटरनल लेयर अपने को होगी। तो सैकेंडरी oocytes फॉर्म ए सेलुलर पैलीसूडा अराउंड इट। आप ऑलरेडी कर लिया कि जोना पैलीसूडा कदों आएगी। जोना पैलीसूडा उदों ही होंगी है जो अपने को फॉलिकल सैल प्राइमरी oocyte के राउंड आते तो इन बिटवीन दोनों के की आती कि जैनी जोना पैलूसीडा एक लेयर क्रिएट हो जाती है। हुण देखो नो मोर ओगोनिया आर फॉर्म एंड एडिड आफ्टर द बर्थ जो हो जाता उस तो बाद कोई भी ओगोनिया सैल नहीं बनेगा न्यूट वाला। और फॉलिकल जोड़े है वो किन्ने होंगे लगभग 4 लाख के करीब होंगे। वो बच किन्ने गए बाद विच 4 लाख के करीब जनरेट होंगे जो प्रोड्यूस होंगे। वो 60,000 तो 80,000 जोड़े है प्राइमरी फॉलिकल बचते हैं कदों तक हर एक ओवरी दे विच इन ईच ओवरी एट पबर्टी। म्यूसिस 2 जी हैगी म्यूसिस इन oogenesis रिजल्ट इन अनइक्वल साइज्ड सैल सैकेंडरी oocyte रिटेन वर्क ऑफ द न्यूट्रिएंट रिच साइटोप्लाज्म ऑफ ए प्राइमरी oocyte। तो फेट जी पोलर बॉडी हैगी है नॉट ए सर्टन। आप ऑलरेडी कर चुके कि जी पोलर बॉडी है वो उन्ना ज़्यादा साइटोप्लाज्म नहीं होंदा न्यूट्रीशन नहीं होंगी जो वो फर्टिलाइजेशन विच प्रोसीड हो पाए। अगे ओवम स्ट्रक्चर दे रखी है। स्ट्रक्चर किद्दां दी ओवम दी सब तो जो आप विच वाला की पिया होया अपने को एग ओवम वाली फस्ट लेयर जी हैगी है जोना पैलूसीडा। उस तो बाद वाली जी हैगी है सैल ये वाली कि हैगी है कोरोना रेडिएटा पेरीविटेलाइन स्पेस पेरीविटेलाइन स्पेस। ये सारिया लेयर्स ही है जिहड़ियां अपने को एक ओवम के अराउंड ओवम कंप्लीट है। और ये की पिया होया अपने को अनफर्टिलाइज्ड एग विच वाला ओवम सॉरी विच वाला पोर्शन किहड़े वाला ओवम। और ये सारे जिहड़ियां एक्सटर्नल लेयर मिला के की बनता एग फॉर्म होंदा गा। एग किहदे इक्वल हैगा अपने को एग होएगा ओवम प्लस मैंबरेन।
ਐਗ ਮੈਂਬਰਨ ਜੋ ਹੋਣਗੀਆਂ ਮਿਲਾ ਕੇ ਆਪਣੇ ਕੋਲ ਓਵਮ ਪਲੱਸ ਐਗ ਮੈਂਬਰਨ ਮਿਲ ਕੇ ਕੀ ਬਣਦਾ, ਐਗ ਫੋਮ ਹੋਊਗਾ। ਆਹ ਜੋ ਲੇਅਰ ਹੈਗੀਆਂ ਇਹ ਕਿਤੇ ਕਿਤੇ ਪ੍ਰੋਡਿਊਸ ਹੁੰਦੀਆਂ, ਸੈੱਲ ਆਫ ਦੀ ਕਰੋਨਾ ਰੇਡੀਏਟਾ ਕਿਤੋਂ ਬਣੇਗੀ, ਪੈਰੀਵਿਟੇਲਾਈਨ ਸਪੇਸ ਜਾਂ ਪੈਰੀਵਿਟੇਲਾਈਨ ਮੈਂਬਰਨ। ਇਹ ਪ੍ਰੋਡਿਊਸ ਕਿੱਦਾਂ ਹੋਣਗੀਆਂ ਇਹ ਦੱਸਦੇ ਹਾਂ। ਜਿਹੜੀ ਆਪਣੇ ਕੋਲ ਹੈਗੀ ਹੈ ਜ਼ੋਨਾ ਪੈਲੀਸੂਡਾ ਜਾਂ ਵਿਟੇਲਾਈਨ ਸਪੇਸ, ਜ਼ੋਨਾ ਪੈਲੀਸੂਡਾ ਜਾਂ ਫਿਰ ਵਿਟੇਲਾਈਨ ਮੈਂਬਰਨ, ਇਹ ਪ੍ਰਾਇਮਰੀ ਮੈਂਬਰਨ ਕਹਿੰਦੇ ਇਹਨੂੰ। ਇਹ ਕਿਹੜੇ ਵਾਲੀ ਹੈਗੀ ਹੈ, ਪ੍ਰਾਇਮਰੀ ਮੈਂਬਰਨ। ਪ੍ਰਾਇਮਰੀ ਮੈਂਬਰਨ। ਔਰ ਪ੍ਰਾਇਮਰੀ ਮੈਂਬਰਨ ਕਿਹਦੇ 'ਚ, ਇਹ ਇੱਕ ਤਰ੍ਹਾਂ ਮੈਮੇਲੀਅਨ ਕਰੈਕਟਰ ਹੈਗਾ ਇਹ ਵਾਲਾ, ਇਹ ਮੈਮਲਸ ਦੇ ਵਿੱਚ ਹੁੰਦੀ ਹੈ ਵਾਲੀ ਜ਼ੋਨਾ ਪੈਲੀਸੂਡਾ। ਓਕੇ, ਇਹ ਕ੍ਰੀਏਟ ਕਿੱਥੋਂ ਹੋਈ ਹੈ, ਇਹ ਊਸਾਈਡ ਜਿਹੜਾ ਹੈਗਾ ਇਹ ਆਪਣੇ ਆਪ ਤੋਂ ਹੀ ਪ੍ਰੋਡਿਊਸ ਕਰਦੇ ਵਾਲਾ। ਊਸਾਈਡ ਜਿਹੜੇ ਹੁੰਦੇ ਆ ਇਹ ਊਸਾਈਡ ਹੀ ਪ੍ਰੋਡਿਊਸ ਕਰਨਗੇ ਇਹ ਜ਼ੋਨਾ ਪੈਲੀਸੂਡਾ ਨੂੰ, ਇਹ ਆਪਣੇ ਆਪ ਇਸ ਨੂੰ ਬਣਾਉਂਦੇ ਆ, ਊਸਾਈਡ ਤੋਂ ਹੀ ਬਣੇਗੀ। ਇਹ ਕਿੱਥੋਂ, ਇਹਨਾਂ ਓਰੀਜਨ ਕਿਹੜੇ ਵੱਲ ਹੈਗਾ, ਊਸਾਈਟ ਫਰੋਮ ਇਟਸੈਲਫ। ਜ਼ੋਨਾ ਪੈਲੀਸੂਡਾ ਨੂੰ ਕੌਣ ਬਣਾਏਗਾ, ਊਸਾਈਡ ਬਣਾਏਗਾ। ਔਰ ਜੋ ਕਰੋਨਾ ਰੇਡੀਏਟਾ ਹੈਗਾ, ਜੋ ਸੈਕਿੰਡ ਵਾਲੀ ਲੇਅਰ ਆਪਣੇ ਕੋਲ ਕਰੋਨਾ ਰੇਡੀਏਟਾ, ਇਹ ਹੋਏਗੀ ਜੋ ਆਪਣੇ ਕੋਲ ਪ੍ਰਾਇਮਰੀ ਊਸਾਈਡ, ਜੋ ਪ੍ਰਾਇਮਰੀ ਐਗ ਹੋ ਗਿਆ। ਪ੍ਰਾਇਮਰੀ ਐਗ ਕਿਹੜੇ ਵੱਲ ਹੋਏਗਾ, ਜੋ ਆਪਣੇ ਕੋਲ ਓਵਮ ਪਲੱਸ ਫਸਟ ਲੇਅਰ ਜਿਹੜੀ ਹੈਗੀ ਹੈ ਜ਼ੋਨਾ ਪੈਲੀਸੂਡਾ, ਉਹ ਆਪਣੇ ਕੋਲ ਕੀ ਬਣੇਗਾ, ਪ੍ਰਾਇਮਰੀ ਐਗ। ਪ੍ਰਾਇਮਰੀ ਐਗ ਦੇ ਵਿੱਚ ਕਿਹੜੇ ਕਿਹੜੇ ਵਾਲੇ ਆਪਣੇ ਕੋਲ ਹੋਣਗੇ ਫੀਚਰ, ਪ੍ਰਾਇਮਰੀ ਐਗ ਦੇ ਵਿੱਚ ਓਵਮ ਪਲੱਸ ਜ਼ੋਨਾ ਪੈਲੂਸੀਡਾ, ਇਹ ਆਪਣੇ ਕੋਲ ਪ੍ਰਾਇਮਰੀ ਐਗ ਆ। ਓਵਮ ਪਲੱਸ ਜ਼ੋਨਾ ਪੈਲੂਸੀਡਾ ਇਹ ਪ੍ਰਾਇਮਰੀ ਐਗ ਹੈ। ਪ੍ਰਾਇਮਰੀ ਐਗ ਦੇ ਰਾਊਂਡ ਜੋ ਲੇਅਰ ਹੋਏਗੀ ਉਸ ਨੂੰ ਆਪਾਂ ਸੈਕੰਡਰੀ ਐਗ ਮੈਂਬਰਨ ਕਹਿ ਦਿੰਦੇ ਹਾਂ। ਔਰ ਇਹ ਫੋਮ ਕਿੱਥੋਂ ਹੋਏਗੀ, ਇਹ ਫੋਮ ਹੋਏਗੀ ਥਰੂ ਦੀ ਓਵਰੀ। ਓਵਰੀ ਦੀ ਸਕ੍ਰੀਸ਼ਨ ਹੋਏਗੀ, ਓਵਰੀ ਦੀ ਸਕ੍ਰੀਸ਼ਨ ਤੋਂ ਆਪਣੇ ਕੋਲ ਕਿਹੜੀ ਵਾਲੀ ਬਣੇਗੀ, ਇਹ ਵਾਲੀ ਬਣੇਗੀ। ਓਵਰੀ ਦੀ ਸਕ੍ਰੀਸ਼ਨ ਕੀ ਬਣੇਗੀ ਆਪਣੇ ਕੋਲੋਂ, ਕਰੋਨਾ ਰੇਡੀਏਟਾ। ਔਰ ਅੱਜ ਦੀ ਕਲਾਸ ਇੰਨੀ ਹੀ, ਨੈਕਸਟ ਆਪਾਂ ਅਗਲੀ ਕਲਾਸ 'ਚ ਡਿਸਕਸ ਕਰਦੇ ਹਾਂ। ਥੈਂਕ ਯੂ।